ਮਿਲ ਜਾਂਦਾ ਫਿਰ ਠੀਕ ਹੋ ਜਾਏਗਾ? ਨਹੀਂ, ਅਸੀਂ ਮੁਆਵਜ਼ਾ ਲੈ ਮਤਲਬ ਬਣਨ ਹੀ ਨਹੀਂ ਦੇਣਾ, ਇਹ ਬਣ ਹੀ ਨਹੀਂ ਦੇਣਾ। ਪਟਿਆਲੇ ਦੇ ਕਿਹੜੀ ਸਾਈਡ ਤੋਂ ਗੁਜ਼ਰੇਗਾ ਜ਼ਿਲ੍ਹੇ ਦੇ ਵਿੱਚ? ਪਟਿਆਲੇ ਦੇ ਗਲੋਲੀ ਪਿੰਡ ਤੋਂ ਇਹ ਸ਼ੁਰੂ ਹੋਈ ਆ ਤੇ ਪਟਿਆਲਾ ਸਬ ਡਿਵੀਜ਼ਨ ਦੀ ਪਾਤੜਾ ਜਿਹੜੀ ਸਬ ਡਿਵੀਜ਼ਨ ਆ ਉਹਦੇ ਵਿੱਚ ਦੀ ਗੁਜ਼ਰੇਗਾ। ਉਹਦੇ ਪਿੰਡ ਨੇ 11 ਪਿੰਡ ਆਉਂਦੇ ਪਟਿਆਲਾ ਦੇ। ਜਿਹੜੇ ਨੂੰ ਸਾਧੂ ਸਰਵੇ ਕਰਦੇ ਆਪਾਂ ਬੰਦੀ ਬਣਾਏ ਸੀ ਉਹੀ ਬੰਦੇ ਨੇ? ਹਾਂਜੀ ਇਹ ਆਪਣੇ ਜਿੰਨੇ ਵੀ ਪੰਚਾਇਤਾਂ ਨੇ ਟੋਟਲ ਸਾਰਿਆਂ ਵੱਲੋਂ ਮਤੇ ਪਾ ਦਿੱਤੇ ਗਏ ਵੀ ਅਸੀਂ ਮੰਗੇ ਨਹੀਂ ਟੋਟਲ 2 ਜਿੰਨੇ ਉਹਨਾਂ ਨੇ ਬਿਲਕੁਲ ਜਿੱਥੇ ਅਪਰੋਚ ਨਹੀਂ ਹੋ ਸਕੀ, ਦੇਖੋ ਹੌਲੀ ਹੌਲੀ ਅਪਰੋਚ ਹੋ ਕਿੰਨੇ ਬਾਕੀ ਰਹਿ ਗਏ ਵੈਸੇ ਆਪਾਂ ਸਹੀ ਤੌਰ ਤੇ ਜੇ ਦੇਖੀਏ? ਸਹੀ ਤੌਰ ਤੇ ਜੇ ਦੇਖੀਏ ਤਾਂ ਮੇਰਾ ਖਿਆਲ ਹੈ 20-25 ਰਹਿ ਗਏ ਹੁਣ। ਲਗਭਗ 200 ਕਵਰ ਕਰ ਲਿਆ। ਹਾਂ 100 ਕਵਰ ਕਰ ਲਿਆ, 100 ਕਵਰ ਕਰ ਲਿਆ, ਕਿਉਂਕਿ ਤੁਹਾਨੂੰ ਪਤਾ ਏਰੀਆ ਕਾਫੀ ਲੰਬਾ ਹੈਗਾ ਔਰ ਇਹ ਸਾਰੀ ਜਿਹੜੀ ਮੁਹਿੰਮ ਹੈਗੀ ਹੈ ਇਹ ਇਹਨਾਂ ਨੇ ਚੱਕੀ ਹੋਈ ਹੈ। 200 ਪਿੰਡ ਇਕੱਠੇ ਹੋ ਗਏ। ਹਾਂ, ਹੁਣ ਲੋਕਾਂ ਜਿਉਂ ਜਾਗਰਤੀ ਹੋ ਰਹੀ ਹੈ। ਪਹਿਲਾਂ ਲੋਕਾਂ ਦੇ ਵਿੱਚ ਇੱਕ ਵਹਿਮ ਸੀ ਵੀ ਸ਼ਾਇਦ ਕਰੋੜਾਂ ਰੁਪਏ ਮਿਲਣਗੇ, ਜਿਵੇਂ ਇਹਨਾਂ ਚੌਂਹਠ ਦੇ ਮਿਲੇ ਸੀ। ਇਸੇ ਕਰਕੇ ਲੋਕ ਥੋੜੇ ਜਿਹੇ ਸੁਪਨੇ ਦੂਜੇ ਲੈ ਰਹੇ ਸੀ। ਜਦੋਂ ਲੋਕਾਂ ਨੂੰ ਸੱਚਾਈ ਦਾ ਸਾਹਮਣਾ ਹੋਇਆ ਵੀ ਕਰੋੜਾਂ ਰੁਪਏ ਕਿਹੜੇ, ਇਹਨਾਂ ਨੇ ਸੰਗਰੂਰ ਦਾ ਇੱਕ ਅਵਾਰਡ ਡਿਕਲੇਅਰ ਕੀਤਾ ਸੀ, ਅਨਾਉਂਸ ਕੀਤਾ ਸੀ। ਉਹਦੇ ਵਿੱਚ ਇਹਨਾਂ ਨੇ ਰੇਟ ਪਾਇਆ ਸੀ 9,67,000 ਰੁਪਇਆ ਏਕੜ ਦਾ, ਪ੍ਰਤੀ ਏਕੜ ਦਾ। ਹੁਣ ਤੁਸੀਂ ਉਹਦੇ ਉੱਤੇ ਉਹਨੇ ਜੜਾ ਭੱਤਾ ਲਾ ਲਓ, ਉਹ ਜੜਾ ਭੱਤਾ ਲਾ ਕੇ ਜਾਣੀ ਉਹ 19.5 ਲੱਖ ਰੁਪਇਆ ਏਕੜ ਦਾ ਬਣਦਾ ਸੀ ਤੇ 19.5 ਲੱਖ ਰੁਪਏ ਦੀ ਜਦੋਂ ਬਾਹਰ ਆਈ ਗੱਲ, ਤਸਵੀਰ ਬਾਹਰ ਆ ਗਈ ਕਿ 19.5 ਲੱਖ 20 ਲੱਖ ਤੋਂ ਵੱਧ ਰੁਪਇਆ ਦੇਣ ਨੂੰ ਤਿਆਰ ਨਹੀਂ ਹੈਗੇ, ਤਾਂ ਫਿਰ ਸਾਰੇ ਲੋਕ ਜਾਗਰਤ ਹੋ ਗਏ। ਕੋਈ ਸਰਕਾਰ ਨਾਲ ਵੀ ਰਾਬਤਾ ਕਾਇਮ ਕੀਤਾ ਜੀ? ਪੰਜਾਬ ਸਰਕਾਰ ਨਾਲ? ਹਾਂ, ਸਰਕਾਰ ਨਾਲ ਅਸੀਂ ਰਾਬਤਾ ਕਾਇਮ ਕੀਤਾ ਸੀ। ਸਭ ਤੋਂ ਪਹਿਲਾਂ ਤਾਂ ਅਸੀਂ ਸਾਡੇ ਜਿਹੜੇ ਮੰਤਰੀ ਨੇ ਜੀ ਵਿਜੇਂਦਰ ਸਿੰਗਲਾ ਜੀ, ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਅੱਛਾ ਜੀ ਕਿ ਜਨਾਬ ਇਹ ਸਾਡੇ ਨਾਲ ਬੜਾ ਵੱਡਾ ਧੱਕਾ ਹੋ ਰਿਹਾ ਹੈਗਾ, ਇਹ ਤਾਂ ਇੱਕ ਤਰ੍ਹਾਂ ਨਾਲ ਸਾਡੀਆਂ ਜ਼ਮੀਨਾਂ ਸਨੈਚ ਕੀਤੀਆਂ ਜਾ ਰਹੀਆਂ। ਜਿਸ ਦੇ ਸਨੈਚ ਦੇ ਪਲੇਟਫਾਰਮ ਆਉ ਸਾਡੇ ਉੱਤੇ ਹੋਈ ਜਾ ਰਹੀ ਹੈ। ਉਹ ਕੀ ਕਹਿੰਦੇ ਜੀ? ਉਹਨਾਂ ਨੇ ਸਾਨੂੰ ਵਿਸ਼ਵਾਸ ਨਹੀਂ ਹੁੰਦੇ, ਇਹਨਾਂ ਕੋਲ ਭਰੋਸੇ ਹੁੰਦੇ ਆ। ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਸੀਗਾ ਕਿ ਮੈਂ ਤੁਹਾਡੀ ਜਿਹੜੀ ਆਵਾਜ਼ ਹੈਗੀ ਆ ਉਹ ਮੁੱਖ ਮੰਤਰੀ ਸਾਹਿਬ ਦੇ ਕੰਨਾਂ ਤੱਕ ਪਹੁੰਚਾ ਦੂੰਗਾ ਵੀ ਇਹ ਪ੍ਰੋਜੈਕਟ ਦੀ ਪੰਜਾਬ ਨੂੰ ਲੋੜ ਤਾਂ ਹੈ ਨਹੀਂ ਗੀ। ਪਹਿਲੀ ਗੱਲ ਇਹਦੀ ਲੋੜ ਹੀ ਨਹੀਂ, ਦੂਸਰੀ ਗੱਲ ਇਹ ਫਾਇਦੇ ਦੀ ਬਜਾਏ ਲੋਕਾਂ ਦੀ ਨੁਕਸਾਨਦੇਹ ਆ। ਲੋਕਾਂ ਨੇ ਇਹਨੂੰ ਵਰਤਣਾ ਨਹੀਂ, ਇਹਦੇ ਹੋਰ ਬੜੇ ਨੁਕਸਾਨ ਨੇ। ਅਸੀਂ ਤੁਹਾਨੂੰ ਇਹਦਾ ਉਹ ਵੀ ਦੇ ਕੇ ਜਾਵਾਂਗੇ ਇਤਰਾਜ਼ ਜਿਹੜੇ ਦਿੱਤੇ। ਸਾਨੂੰ ਸੰਘਰਸ਼ ਕਰਦੇ 1 ਮਹੀਨਾ ਹੋ ਗਿਆ ਪਰ ਅਸੀਂ ਚਲੇ ਗਏ ਲੀਡਰ ਕੋਲ, ਸਾਡੇ ਕੋਲ ਕੋਈ ਲੀਡਰ ਨਹੀਂ ਪਹੁੰਚਿਆ ਹਜੇ ਤੱਕ। ਤੇ ਦੁਬਾਰਾ ਸੀਐਮ ਨਾਲ ਗੱਲ ਨਹੀਂ ਹੋਈ? ਮੰਤਰੀ ਨੇ ਦੱਸਿਆ ਨਹੀਂ ਵੀ ਸੀਐਮ ਨਾਲ ਕਰਦੇ ਕਿਹਨੂੰ ਹੈ? ਸੀਐਮ ਸਾਹਿਬ ਮਿਲਦੇ ਫਿਰ ਕੀ ਫਾਈਨਲ ਡਿਸੀਜਨ ਸਰ ਕੀ ਹੈ ਹੁਣ ਆਪਣਾ? ਸਾਡਾ ਫਾਈਨਲ ਡਿਸੀਜਨ ਇਹ ਹੈ ਜੀ। ਅੱਛਾ, ਫਿਰ ਹੋਰ ਦੇਖੋ ਇਹਦੇ ਨੁਕਸਾਨ ਸਿਰਫ 2 ਮਿੰਟ ਦੀ ਦੱਸਦੇ ਆ। ਇਹਦੇ ਨਾਲ ਜ਼ਮੀਨਾਂ 2 ਫਾੜ ਹੋ ਹੋਣਗੀਆਂ। ਕਿਸੇ ਕਿਸਾਨ ਦਾ ਕਿੱਲਾ ਇੱਧਰ ਰਹਿ ਗਿਆ, ਦੂਜਾ ਕਿੱਲਾ ਇੱਧਰ ਰਹਿ ਗਿਆ, ਉਹ ਕਿਸ ਤਰ੍ਹਾਂ ਪਊਗਾ? ਕੋਈ ਰਸਤਾ ਨਹੀਂ। ਕਨੈਕਟੀਵਿਟੀ ਸਾਰੀ ਖਤਮ ਹੋ ਜੂਗੀ। ਉਹਨਾਂ ਰੋਡ ਬਣਾ ਦੇਣੀ ਹੈ, ਨਾਲ ਕਨੈਕਟੀਵਿਟੀ ਰਸਤੇ ਖਤਮ ਹੋ ਜਾਣਗੇ। 30 ਕਿਲੋਮੀਟਰ ਤੋਂ ਪਹਿਲਾਂ ਤੁਸੀਂ ਰੋਡ ਤੇ ਚੜ੍ਹ ਨਹੀਂ ਸਕਦੇ, ਨਾ ਉਤਰ ਸਕਦੇ ਹੋ। ਤੁਹਾਨੂੰ ਪਤਾ ਐਲੀਵੇਟਡ ਰੋਡ ਹੈ, ਐਕਸਪ੍ਰੈਸ ਦੇ ਹੈ, ਇਹ ਕੋਈ ਕਾਮਨ ਰੋਡ ਤਾਂ ਹੀ ਨਹੀਂ ਨਾ। ਤੇ ਉਸ ਤੋਂ ਬਾਅਦ ਕੀ ਹੋਊਗਾ? ਫਿਰ ਬਰਸਾਤੀ ਪਾਣੀ ਦਾ ਕੋਈ ਪ੍ਰਬੰਧ ਨਹੀਂ। ਤੁਹਾਨੂੰ ਪਤਾ ਕੁਦਰਤੀ ਖਲੋ ਆ ਉੱਤਰ ਤੋਂ ਦੱਖਣ ਵਾਲਾ ਪਾਣੀ ਸਾਰੀ ਲੈਂਡ ਦਾ। ਜਦੋਂ ਬਰਸਾਤਾਂ ਪਿਆ ਕਰਨੀਆਂ ਪਾਣੀ ਇੱਕ ਪਾਸੇ ਇਕੱਠਾ ਹੋ ਜਾਇਆ ਕਰੂਗਾ, ਉਹਦੇ ਨਾਲ ਫਿਰ ਉਹੀ ਚਿਕਨਗੁਨੀਆ ਆ ਗਿਆ, ਉਹਦੇ ਨਾਲ ਉਹੀ ਡੇਂਗੂ ਆ ਗਿਆ, ਉਹਦੇ ਨਾਲ ਉਹੀ ਕੁਛ ਦਾ ਨਵੇਂ ਵਾਇਰਸ ਪੈਦਾ ਹੋਣਗੇ। ਲੋਕਾਂ ਦੀ ਹੈਲਥ ਤੇ ਉਹ ਕਰੂਗਾ, ਪ੍ਰਭਾਵ ਪਾਊਗਾ, ਫਸਲਾਂ ਮਾਰਨੀਆਂ, ਭਾਈਚਾਰ ਕਿਸਾਨ ਟੁੱਟੂਗੀ। ਜਾਣੀ ਇਹਦੇ ਜਿੰਨੇ ਨੁਕਸਾਨ ਅਸੀਂ ਤੁਹਾਨੂੰ ਗਿਣਾਉਣ ਲੱਗੀਏ ਬੇਅੰਤ ਨੁਕਸਾਨ ਹੀ ਨੁਕਸਾਨ ਨੇ। ਇਹਦਾ ਫਾਇਦਾ ਕੋਈ ਇਹਦਾ ਲਾਭ। ਐਮਐਲਏ ਜਿੰਨੇ ਨੇ ਪੰਜਾਬ ਦੇ ਜਿਹੜੇ ਵੀ ਜ਼ਿਲ੍ਹੇ ਪ੍ਰਭਾਵ ਨੇ ਉਹਨਾਂ ਨਾਲ ਮੁਲਾਕਾਤ ਹਾਂ, ਅਸੀਂ ਸਾਰੇ ਐਮਐਲਏ ਦੇ ਨਾਲ ਦੇਖੋ ਜਿਹੜੇ ਸਾਡੇ ਹਲਕੇ ਦੇ ਵਿੱਚ ਐਮਐਲਏ ਰਹਿੰਦੇ ਆ, ਅਸੀਂ ਉਹ ਸਾਰਿਆਂ ਨਾਲ ਕੀਤੀ। ਸਾਡੇ ਇੱਥੇ ਮਤਲਬ ਆਪਾਂ ਆਪੋਜੀਸ਼ਨ ਲੀਡਰ ਨੇ ਹਰਪਾਲ ਚੀਮਾ ਜੀ, ਅਸੀਂ ਹਰਪਾਲ ਚੀਮਾ ਜੀ ਨਾਲ ਕੀਤੀ। ਸਾਡੇ ਐਮਪੀ ਨੇ ਭਗਵੰਤ ਮਾਨ ਨਾਲ ਕੀਤੀ। ਵਿਜੇਂਦਰ ਸਿੰਗਲਾ ਜੀ ਸਾਡੇ ਮੰਤਰੀ ਨੇ, ਮੰਤਰੀ ਨਾਲ ਕੀਤੀ। ਇਸੇ ਤਰ੍ਹਾਂ ਕਪੂਰਥਲੇ ਨਵਤੇਜ ਸਿੰਘ ਚੀਮਾ ਜੀ ਨੇ ਐਮਐਲਏ, ਉਹਨਾਂ ਦੇ ਨਾਲ ਕੀਤੀ। ਅੱਛਾ, ਇਸੇ ਤਰ੍ਹਾਂ ਜਲੰਧਰ ਵਾਲਿਆਂ ਨੇ ਜਿਹੜੇ ਉਹਨਾਂ ਦੇ ਐਮਐਲਏ ਹਾਮੀ ਭਰੀ ਹੈ ਤੁਹਾਡੇ ਨਾਲ ਚੱਲਣਗੇ। ਬਿਲਕੁਲ ਹਿੱਕ ਠੋਕ ਕੇ ਉਹ ਚੱਲ ਰਹੇ ਨੇ। ਉੱਥੇ ਜਲੰਧਰ ਦੀ ਗੱਲ ਹੈ, ਸੁਰਿੰਦਰ ਸਿੰਘ ਜੀ ਐਮਐਲਏ ਨੇ, ਉਹਨਾਂ ਦੇ ਲੋਕਲ ਉਹਨਾਂ ਨੇ ਗੱਲ ਕੀਤੀ। ਪ੍ਰਗਟ ਸਿੰਘ ਨੇ ਗੱਲ ਕੀਤੀ, ਗੁਰਪ੍ਰਤਾਪ ਬਡਾਲਾ ਨੇ ਗੱਲ ਕੀਤੀ, ਸੁਰਿੰਦਰ ਚੌਧਰੀ ਨੇ ਗੱਲ ਕੀਤੀ, ਗੁਰਜੀਤ ਰਾਣਾ ਨੇ ਗੱਲ ਕੀਤੀ। ਹਰ ਜਗ੍ਹਾ ਸਾਰੇ ਪੰਜਾਬ ਦੇ ਵਿੱਚ ਇਹ ਮੂਵਮੈਂਟ ਹੁਣ ਸ਼ੁਰੂ ਹੋਈ ਹੈ। ਅਸੀਂ ਧੰਨਵਾਦੀ ਹਾਂ ਤੁਹਾਡੇ ਕਿ ਤੁਸੀਂ ਸਾਡੀ ਗੱਲ ਸੁਣਨ ਆਏ ਹੋ ਕਸ਼ਟ ਕਰਕੇ। ਇੱਥੋਂ ਪਹਿਲੀ ਵਾਰ ਅਸੀਂ ਹੁਣ 3 ਜ਼ਿਲ੍ਹਿਆਂ ਦੀ ਇਕੱਠੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਇਸੇ ਤਰ੍ਹਾਂ ਅਸੀਂ ਬਾਕੀਆਂ ਦੀ ਕਰਾਂਗੇ, ਫਿਰ ਪੂਰੇ ਪੰਜਾਬ ਦੀ ਕਰਾਂਗੇ, ਫਿਰ ਪੂਰੇ ਪੰਜਾਬ ਦੇ ਵਿੱਚ ਸਾਡਾ ਇਹ ਸੰਘਰਸ਼ ਹੌਲੀ ਤੁਹਾਨੂੰ ਧਰਨੇ ਤਾਂ ਆਲਰੇਡੀ ਥੋੜੇ ਚੱਲ ਹੀ ਰਹੇ ਆ ਨਾ, ਤੁਸੀਂ ਉਹਨਾਂ ਦਾ ਵਿਰੋਧ ਵੀ ਕਰਦੇ ਅੱਗੇ ਹੁਣ ਇਹ ਰੁਕ ਤਾਂ ਰਹੇ ਨਹੀਂ, ਸਰਵੇ ਕਰਨ ਫੇਰ ਆ ਜਾਂਦੇ ਨੇ ਦੁਬਾਰਾ। ਆ ਜਾਂਦੇ ਨਹੀਂ ਇੱਥੋਂ ਬੜੇ 4 13 ਉੱਥੋਂ ਬੜੇ 12 ਉੱਥੋਂ ਬੜੇ
ਹੁਣ ਮੇਨ ਐਲਾਨ ਕੀ ਸਰ ਆਪਣਾ ਜਿਹੜਾ ਐਲਾਨ ਅੱਜ ਕਰਨਾ ਮੇਨ ਐਲਾਨ ਕੁਝ ਦੱਸੋ ਮਤਲਬ ਬਾਈਕਾਟ ਤਾਂ ਪਹਿਲਾਂ ਹੀ ਕਹਿ ਚੁੱਕਿਆ ਵੀ ਕੀਤਾ ਹੀ ਹੋਇਆ ਤਾਂ ਪਤਾ ਲੱਗਾ ਰਹੇ ਮੇਨ ਐਲਾਨ ਦੱਸੋ ਭਰਾ। ਐਲਾਨ ਸਾਡਾ ਮੇਨ ਇਹੀ ਹੈ ਕਿ ਜੇ ਸਰਕਾਰ ਹੁਣ ਸਾਡੇ ਨਾਲ ਗੱਲ ਨਹੀਂ ਕਰਦੀ ਬੈਠ ਕੇ, ਤੇ ਇਸ ਤੋਂ ਬਾਅਦ ਜਿਹੜਾ ਅਗਲਾ ਜਿਹੜਾ ਸਟੈਪ ਹੈ ਸਾਡਾ, ਉਹ ਅਸੀਂ ਪਟਿਆਲੇ ਦੇ ਵਿੱਚ ਆ ਕੇ ਵੱਡਾ ਰੂਪ ਧਾਰਨ ਕਰਾਂਗੇ, ਰੈਲੀ ਦਾ ਰੂਪ ਧਾਰਨ ਕਰਾਂਗੇ, ਰੋਸ ਮੁਜ਼ਾਹਰਾ ਕਰਾਂਗੇ ਅਸੀਂ। ਮੁੱਖ ਮੰਤਰੀ ਜਿਹੜੇ ਬਿਲਕੁਲ ਕਰਾਂਗੇ ਜੀ। ਸਾਡੀ ਪਹੁੰਚ ਨਹੀਂ ਹੈਗੀ ਮੁੱਖ ਮੰਤਰੀ ਤੱਕ, ਸਾਡੇ ਤੱਕ ਉਹ ਪਹੁੰਚ ਕਰ ਨਹੀਂ ਪਾਏ ਹਜੇ ਤੱਕ। ਅਸੀਂ ਸੜਕਾਂ ਤੇ ਬੈਠੇ ਅੱਕ ਕੇ, ਤੇ ਇਸ ਤੋਂ ਬਾਅਦ ਜਿਹੜਾ ਸਾਡਾ ਇਹੀ ਹੋਊਗਾ ਵੀ ਸਾਨੂੰ ਜਿਵੇਂ ਦਿੱਲੀ ਘੇਰਿਆ ਹੋਇਆ ਤੇ ਉਹਨਾਂ ਭਰਾਵਾਂ ਦੇ ਸਹਿਯੋਗ ਨਾਲ ਅਸੀਂ ਹੁਣ ਪਟਿਆਲੇ ਬੈਠਾਂਗੇ। ਸਾਰੀ ਜਥੇਬੰਦੀ ਜਿਹੜੀ ਆਪਣੇ ਕੋਲ ਸਾਥ ਆਪਣੇ ਨਾਲ ਪੂਰਾ ਨਾ ਜੀ। ਅਸੀਂ ਉਹਨਾਂ ਦਾ ਸਾਥ ਦੇ ਰਹੇ ਹਾਂ ਜੀ, ਪਰ ਅਸੀਂ ਉਹਨਾਂ ਨੂੰ ਹਜੇ ਡਿਸਟਰਬ ਨਹੀਂ ਕਰ ਰਹੇ ਕਿਉਂਕਿ ਦਿੱਲੀ ਵਾਲਾ ਮੋਰਚਾ ਬਹੁਤ ਵੱਡਾ ਹੈ, ਸਾਡਾ ਮੋਰਚਾ ਛੋਟਾ ਹੈ। ਅਸੀਂ ਉਹਨਾਂ ਦੇ ਆਉਣ ਤੱਕ ਅਸੀਂ ਆਪ ਲੜਾਂਗੇ, ਉਸ ਤੋਂ ਬਾਅਦ ਅਸੀਂ ਆਪਣੀ ਬਾਗਡੋਰ ਦਿੱਲੀ ਵਾਲਿਆਂ ਨੂੰ ਸਮਾਜਣੀ ਹੈ, ਕਿਉਂਕਿ ਸਰਕਾਰ ਸਾਨੂੰ ਉਹਨਾਂ ਦੇ ਪਿੱਛੋਂ ਲੁੱਟਣਾ ਚਾਹੁੰਦੀ ਹੈ। ਸਹੀ ਮੈਨੇ ਦੇ ਵਿੱਚ ਜਿਹੜੀ ਸਰਕਾਰ ਦੀ ਮਨਸ਼ਾ ਹੈ ਕਿ ਕਿਸਾਨ ਜਥੇਬੰਦੀਆਂ ਦਿੱਲੀ ਬੈਠੇ ਆ, ਭੋਲੇ ਲੋਕ ਹੈ ਇੱਥੇ, ਤੇ ਇਹਨਾਂ ਨੂੰ ਕਿਸੇ ਦੇ ਸਾਥ ਨਹੀਂ ਦੇਣਾ ਇਹਨਾਂ ਦਾ, ਤੇ ਅਸੀਂ ਜ਼ਮੀਨਾਂ ਲੁੱਟ ਲਈਏ। ਅਸੀਂ ਉਹਨਾਂ ਦੀ ਵੇਟ ਕਰਾਵਾਂਗੇ ਉਨੀ ਦੇਰ ਤੱਕ। ਅਸੀਂ ਬੜਾ ਪ੍ਰਸ਼ਾਸਨ ਜਿਹੜਾ ਸਾਡੇ ਨਾਲ ਪਹਿਲਾਂ ਗੱਲ ਨਹੀਂ ਕਰਦਾ ਸੀ, ਹੁਣ ਸਾਡੇ ਨਾਲ ਗੱਲ ਵੀ ਕਰ ਰਿਹਾ ਪ੍ਰਸ਼ਾਸਨ। ਹੁਣ ਸਾਡੇ ਨਾਲ ਪਹਿਲਾਂ ਸਾਨੂੰ ਕੁਰਸੀ ਨਹੀਂ ਦਿੰਦਾ, ਜਦੋਂ ਕੁਰਸੀ ਵੀ ਦੇਣ ਲੱਗ ਗਿਆ। ਹੁਣ ਰੇਟ ਦੀ ਗੱਲ ਵੀ ਕਰ ਰਿਹਾ, ਜਿਹੜਾ ਪਹਿਲਾਂ ਚੋਰਾਂ ਵਾਂਗੂ ਰੇਟ ਪਾ ਰਹੇ ਸੀ। ਦੇਖੋ ਤੁਸੀਂ, ਬੜਾ ਇੱਕ ਵੱਡਾ ਦੁਖਾਂਤ ਹੈ। ਟੋਲ ਪਲਾਜ਼ੇ ਮਹਿੰਗੇ ਹੋ ਜਾਣਗੇ, ਕੰਸਟਰਕਸ਼ਨ ਕਾਸਟ ਮਹਿੰਗੀ ਹੋ ਜਾਊਗੀ, ਹਰ ਚੀਜ਼ ਮਹਿੰਗੀ ਹੋਊਗੀ। ਜ਼ਮੀਨਾਂ 1.5 ਕਰੋੜ ਤੋਂ 9 ਲੱਖ ਤੇ, ਇਹ ਲੁੱਟਣਾ ਹੀ ਹੋਇਆ ਕਿਸਾਨਾਂ ਨੂੰ। ਜਿਹੜਾ ਧਰਨਾ ਤੁਹਾਡਾ ਹੋਏਗਾ ਉਹ ਲਗਾਤਾਰ ਜਾਰੀ ਰਹੇਗਾ? ਲਗਾਤਾਰ ਜਾਰੀ ਹੈ ਭਾਈ, ਸਾਨੂੰ 1 ਮਹੀਨਾ ਹੋ ਗਿਆ ਬੈਠਿਆ। ਜਿਹੜਾ ਪਟਿਆਲੇ ਕਹਿ ਰਹੇ ਹੋ, ਪਟਿਆਲੇ ਇੱਕ ਦਿਨ ਦਾ ਧਰਨਾ ਲਾਓਗੇ ਕਿ ਦਿੱਲੀ ਵਾਂਗ ਪਟਿਆਲੇ ਅਸੀਂ ਪਹਿਲਾਂ ਰੋਸ ਮਾਰਚ ਕੱਢ ਕੇ ਉਹਨੂੰ ਸ਼ਕਤੀ ਪ੍ਰਦਰਸ਼ਨ ਦਿਖਾਵਾਂਗੇ ਵੀ ਕਿੰਨਾ ਕਿਸਾਨ ਇਕੱਠਾ ਹੈ। ਉਸ ਤੋਂ ਬਾਅਦ ਜੋ ਸਾਡੀ ਜਥੇਬੰਦੀਆਂ ਦਿੱਲੀ ਵਾਲੀਆਂ ਸਾਨੂੰ ਸੁਝਾਅ ਦੇਣਗੇ, ਉਹਨਾਂ ਦਾ ਤਜਰਬਾ ਵੱਡਾ ਹੈ, ਅਸੀਂ ਉਹਨਾਂ ਦੇ ਅਕੋਰਡਿੰਗ ਚੱਲਾਂਗੇ। ਜੇ ਸਾਨੂੰ ਕਹਿਣਗੇ ਪਰਮਾਨੈਂਟ ਧਰਨਾ ਲਾਉਣਾ ਤਾਂ ਅਸੀਂ ਪਰਮਾਨੈਂਟ ਲਾਉਣ ਲਈ ਵੀ ਤਿਆਰ ਹਾਂ। ਇਹ ਐਂ ਲੱਗਦਾ ਕਿ ਜਿਹੜੀ ਪੰਜਾਬ ਸਰਕਾਰ ਆ ਉਹ ਵੀ ਮਤਲਬ ਕੇਂਦਰ ਦੇ ਨਾਲ ਹੀ ਬਿਲਕੁਲ ਰਲੀ ਵੀ ਹੈ ਜੀ, ਬਿਲਕੁਲ ਮਤਲਬ ਰਲੀ ਵੀ ਹੈ। ਉਹ ਉਹਨਾਂ ਦੇ ਮੰਤਰੀ ਗਿਰਜਾ ਵਾਂਗੂ ਦੇਖ ਰਹੇ ਆ। ਜੇ ਕੰਟਰੈਕਟ ਆਊਗਾ ਤਾਂ ਉਹਨਾਂ ਦੇ ਬੱਚਿਆਂ ਨੇ ਇੱਥੇ ਪੈਸੇ ਕਮਾਉਣੇ ਆ, ਤੇ ਉਹਨਾਂ ਨੇ ਆਪਦੇ ਬੱਚਿਆਂ ਦੀ ਐਡਜਸਟਮੈਂਟ ਕਰਨੀ ਹੈ। ਉਹਨਾਂ ਨੇ ਆਪਦਾ ਜਿਹੜਾ ਆਉਣ ਵਾਲਾ ਭਵਿੱਖ ਬਣਾਉਣਾ ਹੈ ਸਿਰਫ ਇੱਕ ਰੋਡ ਦੇ ਵਿੱਚੋਂ। ਉਹਨਾਂ ਨੇ ਠੇਕੇ ਲੈਣੇ ਆ ਤੇ ਇਹਨਾਂ ਗਰੀਬਾਂ ਨੂੰ ਮਾਰਨਾ ਜਿਹੜੇ ਤੁਹਾਡੇ ਕੋਲ ਅਸੀਂ ਬੈਠੇ ਆ। ਸਾਡੀ ਕੋਈ ਸੁਣਵਾਈ ਨਹੀਂ। ਸਾਡੇ ਨਾਲ ਤਾਂ ਐਂ ਟ੍ਰੀਟ ਕੀਤਾ ਜਾਂਦਾ ਜੀ ਜਿਵੇਂ ਇੱਕ ਮਾਂ ਦੇ 2 ਬੱਚੇ ਹੁੰਦੇ ਆ। ਉਹ ਬੱਚਾ ਜਿਹੜਾ ਮਿੱਠਾ ਤੇ ਅਸੀਂ ਕੌੜੇ ਆ। ਸਾਡੇ ਨਾਲ ਤਾਂ ਲੀਡਰ ਵੀ ਚੰਗੀ ਤਰ੍ਹਾਂ ਗੱਲ ਨਹੀਂ ਕਰ ਰਹੇ, ਜੇ ਸੱਚ ਪੁੱਛਣਾ ਚਾਹੋ ਤਾਂ। ਮੈਂ ਕਰਾਂ ਇੱਕ ਗੱਲ ਹਾਂਜੀ, ਇੱਕ ਤਾਂ ਸਾਡੇ ਵਿੱਚ ਨਾ ਆਪਣਾ 76 ਹੈਕਟੇਅਰ ਦਾ ਜਿਹੜਾ ਜੰਗਲ ਹੈ, ਇਸ ਕੱਲੀ ਰੋਡ ਖਾ ਰਹੀ ਹੈ ਆਪਣੀ। ਪੰਜਾਬ 'ਚ ਜੰਗਲ ਪਹਿਲੇ ਕਾਫੀ ਘੱਟ ਆ। 76 ਹੈਕਟੇਅਰ ਜਿਹੜਾ ਸੁਰੱਖਿਅਤ ਜੰਗਲ ਆ, ਉਹ ਇਹਦਾ ਸਟ੍ਰੈਚ ਜਿਹੜਾ ਮੇਨ ਆ ਆਪਣਾ ਦਿੱਲੀ ਤੋਂ ਲੈ ਕੇ ਕਟੜਾ ਇਹਦੇ ਵਾਲਾ ਗੁਰਦਾਸਪੁਰ ਕਟੜਾ ਵਾਲਾ ਮੇਨ ਰੋਡ ਆ ਜਿਹੜੀ ਇਹ 76 ਹੈਕਟੇਅਰ ਇਹ ਕੱਲੀ ਖਾ ਰਹੀ ਹੈ। ਜਿਹੜੀ ਨਕੋਦਰ ਤੋਂ ਅੰਮ੍ਰਿਤਸਰ ਜਾਣੀ ਆ ਉਹਦੇ ਥੱਲੇ ਜੰਗਲੀ ਏਰੀਆ ਅਲੱਗ ਖਤਮ ਹੋਣਾ ਜੀ। ਪੰਜਾਬ ਦੇ ਵਿੱਚ 76 ਏਕੜ ਨੂੰ ਨੁਕਸਾਨ ਹੋ ਜਾਏਗਾ। 76 ਹੈਕਟੇਅਰ 2 ਜੰਗਲ ਤਾਂ ਆਪਣੇ ਪਹਿਲੀ ਹੈ ਨਹੀਂ। ਠੀਕ ਹੈ ਜੀ। ਤੇ ਦੂਜੇ ਨੰਬਰ ਤੇ ਜ਼ਮੀਨਾਂ ਸਾਡੀਆਂ 2 ਫਾਰ ਹੋ ਜਾਣੀਆਂ, ਜਿਵੇਂ ਸੈਂਟਰ ਤੋਂ ਲੰਘੀ 2 ਪਾਸੇ ਰਹਿ ਗਈ। ਉਹਨੂੰ ਸਿੰਚਾਈ ਦਾ ਸਾਧਨ ਕੋਈ ਨਹੀਂ ਜੀ ਦੂਜੇ ਪਾਸੇ ਜਾਣ ਨੂੰ। ਇੱਕ ਕਿਸਾਨ ਦੀ 10 ਕਿੱਲੇ ਜ਼ਮੀਨ ਹੈ, ਔਰ ਜੇ 3 ਕਿੱਲੇ ਰੋਡ 'ਚ ਆ ਗਈ, 7 ਬਚੀ, 4 ਕਿੱਲੇ ਇੱਕ ਪਾਸੇ ਬਚ ਗਏ, 3 ਇੱਕ ਪਾਸੇ ਬਚ ਗਏ। ਜਿਹੜੀ ਬਚਦੀ ਆ ਉਹ ਜਿਗ ਜੈਗ ਦੇ ਰੂਪ 'ਚ ਬਚਦੀ ਹੈ। ਉਹਨੂੰ ਆਪਾਂ ਸਹੀ ਤਰੀਕੇ ਨਾਲ ਵਾਹ ਨਹੀਂ ਸਕਦੇ, ਫਸਲ ਦੀ ਵੱਢ ਨਹੀਂ ਸਕਦੇ, ਤੇ ਉਹਦੇ ਦੂਜੇ ਪਾਸੇ ਸਿੰਚਾਈ ਨਹੀਂ ਕਰ ਸਕਦੇ। ਕਿਸਾਨ ਨੂੰ ਦੂਜੇ ਪਾਸੇ ਜਾਣ ਲਈ ਕੋਈ ਰਸਤਾ ਵੀ ਦਿੱਤਾ ਜਾ ਰਿਹਾ, ਥੱਲੇੋਂ ਪਾਈਪਲਾਈਨ ਵੀ ਨਹੀਂ ਦੇਣੀ ਇਹਨਾਂ ਨੇ ਰੋਡ ਤੇ। ਜਿਹੜੀ ਜੱਟ ਦੇ ਕਿ ਮੋਟਰ ਹੈਗੀ ਖੇਤ ਚ, ਮੋਟਰ ਇੱਕ ਹੋਊਗੀ, ਇੱਕ ਪਾਸੇ ਸਿੱਧੀ ਹੋਊਗੀ, ਦੂਜਾ ਜਾਊ। ਅੱਜ ਜਦੋਂ ਬਾਰਿਸ਼ ਆਊਗੀ ਉਹ ਪਾਸਾ ਉੱਪਰਲਾ ਪਾਸਾ ਮਰੂਗਾ ਤੇ ਥੱਲਾ। ਵੱਡਾ ਪੁਆਇੰਟ ਹੈ ਜੀ, ਇੱਕ ਨੋਟ ਕਰ ਲਿਓ, ਬੜਾ ਜ਼ਰੂਰੀ ਹੈ ਇਹ। ਜਿੰਨੇ ਸਰਕਾਰ ਲੋਕਾਂ ਨੂੰ ਬੇਰੁਜ਼ਗਾਰ ਕਰ ਰਹੀ ਹੈ, ਕਿ ਉਹਨਾਂ ਨੂੰ ਰੁਜ਼ਗਾਰ ਦੇ ਰਹੀ ਹੈ, ਇਸ ਸੜਕ ਦੇ ਵਿੱਚ ਕਿੰਨੇ ਲੋਕ ਬੇਰੁਜ਼ਗਾਰ, ਇਹਨਾਂ ਕੋਲ ਕੋਈ ਡਾਟਾ ਨਹੀਂ ਹੈਗਾ। ਇਹਨਾਂ ਨੂੰ ਸਿਰਫ ਜ਼ਮੀਨਾਂ ਦੇ ਡਾਟੇ ਪਤਾ ਹੈ। ਇਹਨਾਂ ਨੂੰ ਇਹ ਪਤਾ ਕਿ ਜ਼ਮੀਨ ਐਕਵਾਇਰ ਕਿਹੜੇ ਰੇਟ ਕਰਨੀ, ਉਹ ਡਾਟਾ ਪਤਾ ਹੈ, ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਕਿੰਨੇ ਲੋਕ ਬੇਰੁਜ਼ਗਾਰ ਹੋ ਜਾਣਗੇ ਆ ਜ਼ਮੀਨ ਕਰਕੇ। ਇੱਕ ਮੇਰੇ ਵੀਰ ਨੇ ਮੈਨੂੰ ਦੱਸਿਆ, ਕਹਿੰਦਾ ਮੈਂ 1.5 ਕਿੱਲੇ ਦੇ ਵਿੱਚ ਆਪਦੇ ਪਰਿਵਾਰ ਨੂੰ ਰੋਟੀ ਖਵਾਉਣਾ ਤੇ 40 ਡੰਗਰਾਂ ਨੂੰ ਮੈਂ ਪੱਠੇ ਪਾਉਣਾ, ਮੈਂ ਕਿੱਥੇ ਜਾਊਂਗਾ? ਉਹਦਾ ਪਰਿਵਾਰ ਦੇਖੋ ਕਿੱਡਾ ਵੱਡਾ ਹੈ। ਸਰਕਾਰ ਕੋਲ ਕੋਈ ਡਾਟਾ ਹੈ ਇਸ ਚੀਜ਼ ਦਾ, ਬੇਰੁਜ਼ਗਾਰੀ ਦਾ? ਠੀਕ ਹੈ, ਪੁੱਛ ਲੈਂਦੇ ਕਿੰਨੇ ਬੱਚੇ ਆ, ਕੀ ਕਰਨਾ ਹੈ, ਇਹਨਾਂ ਨੂੰ ਰੁਜ਼ਗਾਰ ਪਹਿਲਾਂ ਰੁਜ਼ਗਾਰ ਦੇਣ, ਉਸ ਤੋਂ ਬਾਅਦ ਜ਼ਮੀਨ ਦੀ ਗੱਲ ਕਰ ਲੈਣ। ਜਿੰਨੇ ਕਿੱਲੇ ਜ਼ਮੀਨ ਦੇ ਇਹ ਐਕਵਾਇਰ ਕਰਨੇ ਆ, ਕੀ ਉਹ ਪੰਜਾਬ ਦੇ ਵਿੱਚ ਉਨੀ ਜ਼ਮੀਨ ਵਿਕਾਊ ਹੈ? ਸਰਕਾਰ ਕੋਲ ਡਾਟਾ ਹੈ ਇਸ ਚੀਜ਼ ਦਾ? ਕਿੱਥੇ ਜ਼ਮੀਨ ਖਰੀਦਣਗੇ? ਬਿਹਾਰ ਜਾ ਕੇ? ਇਸ ਤੋਂ ਇਲਾਵਾ ਜਿਹੜੀ ਰੋਡ 'ਚ ਜ਼ਮੀਨ ਲੈ ਰਹੇ ਨੇ, ਇਹ ਐਕਵਾਇਰ ਕਰਦੇ ਨੇ, ਉਹ ਤੋਂ ਬਿਨਾਂ ਵੀ 30 ਮੀਟਰ ਦੇ ਵਿੱਚ ਇਹ ਕਰਦੇ ਵੀ ਉਸਾਰੀ ਨਹੀਂ ਕਰ ਸਕਦੇ ਅਸੀਂ ਵੀ। ਹੁਣ ਕਈ ਕਿਸਾਨਾਂ ਦੀ ਬਚੂਗੀ ਉਹ 30 ਮੀਟਰ ਦੇ ਅੰਦਰ ਜ਼ਮੀਨ, ਹੁਣ ਉਹ ਨਾ ਉੱਥੇ ਬੋਰ ਲਾ ਸਕਦਾ ਹੈ, ਨਾ ਕਿ ਆਪਦੀ ਉਸਾਰੀ ਕਰ ਸਕਦਾ ਹੈ।
ਉਹਦੇ ਵਾਸਤੇ ਉਹ ਵੀ ਵੇਸਟ ਉਹ ਰੋਡ 30 ਮੀਟਰ ਦੀ ਏਰੀ ਤੱਕ ਨੇ ਮੀਡੀਆ ਦੇ ਵਿੱਚ ਨਾ ਜੀ ਇਹਨਾਂ ਦੇ 30 ਮੀਟਰ ਉਧਰ 30 ਉਹ ਤੋਂ ਮੀਟਰ ਇਲਾਵਾ ਕਾਨੂੰਨ ਦੇ ਵਿੱਚ ਲਿਆਉਣਗੇ ਮਰਗੀ ਮਾਲਕ ਉਹਦਾ ਕਿਸਾਨ ਹੋਊਗਾ ਉਹਦੇ ਕੁਝ ਕਰ ਨਹੀਂ ਸਕਦੇ ਜੀ ਉਹਦਾ। ਗਡਕਰੀ ਸਾਹਿਬ ਕਹਿੰਦੇ ਆ ਕਿ ਗ੍ਰੀਨ ਫੀਲਡ ਹੈ ਜੀ ਇਹਨੇ ਮਤਲਬ ਬਿਜ਼ਨਸ ਕਰਾਉਣ ਡੇਟਾ ਹੈ ਨਾ 7 ਲੱਖ ਰੁਪਏ ਜੀ। ਗਡਕਰੀ ਸਾਹਿਬ ਨੂੰ ਵੀ ਅਸੀਂ ਦਿੰਦੇ ਹਾਂ ਤੁਹਾਨੂੰ ਲੱਖ ਰੁਪਏ ਜਾਣਾ ਤਾਂ ਤੁਸੀਂ ਆਪਦਾ ਸ਼ਹਿਰ ਛੱਡ ਕੇ ਦੇਖੋ, ਆਪਦਾ ਪਿੰਡ ਛੱਡ ਕੇ ਦੇਖੋ। ਫਿਰ ਇੱਕ ਚੀਜ਼ ਅੱਜ ਹੋਰ ਚੱਲ ਰਹੀ ਹੈ, ਆਲਮੀ ਤਪਸ਼ ਬਾਰੇ ਚੱਲ ਰਹੀ ਹੈ ਕਿ ਗਲੋਬਲ ਵਾਰਮਿੰਗ ਹੋ ਰਹੀ ਹੈ। ਜਦੋਂ ਪੰਜਾਬ ਦੇ ਤੁਸੀਂ 1 ਲੱਖ ਏਕੜ ਦੇ ਵਿੱਚ ਹੋਰ ਪੱਥਰ ਵਿਛਾ ਦੋਗੇ, ਗ੍ਰੀਨਰੀ ਕੱਟ ਦੋਗੇ, ਆਲਮੀ ਤਪਸ਼ ਨੇ ਹੋਰ ਘਟਣਾ। ਕੰਕਰੀਟ ਦੇ ਪਹਿਲੇ ਹੀ ਕੰਕਰੀਟ ਦਾ ਜੰਗਲ ਉੱਗਿਆ ਹੋਇਆ ਸ਼ਹਿਰਾਂ ਦੇ ਵਿੱਚ, ਇੱਕ ਨਵਾਂ ਕੰਕਰੀਟ ਦਾ ਜੰਗਲ ਹੈ। ਤੁਹਾਡੇ ਕਹਿਣ ਦਾ ਭਾਵ ਜਿਹੜੀ ਸੜਕਾਂ ਦੀ ਜੋ ਵੀ ਲਿਕਰ ਐਕਸਪ੍ਰੈਸ ਵੇ ਇਹ ਸਿਰਫ ਕਾਰਪੋਰੇਟ ਘਰਾਣੇ ਵਾਲੀ ਹੋ ਬਿਲਕੁਲ ਦੀ ਗੱਲ ਇੱਥੇ ਹੈ। ਇੱਕ ਚੀਜ਼ ਹੈ ਜੀ, ਪ੍ਰੈਸ ਵਾਲੇ ਵੀਰਾਂ ਨੂੰ ਦੱਸੂਗਾ, ਤੁਸੀਂ ਪ੍ਰੈਸ ਵਾਲੇ ਵੀਰ ਬੜੀ ਚੰਗੀ ਤਰ੍ਹਾਂ ਜਾਣਦੇ ਹੋ, ਜਦੋਂ ਇਹ ਐਕਸਪ੍ਰੈਸ ਵੇ ਦਾ ਜ਼ਿਕਰ ਹੋਇਆ ਸੀ ਹਰਸਿਮਰਤ ਕੌਰ ਕਹਿੰਦੀ ਸੀ ਕਿ ਐਕਸਪ੍ਰੈਸ ਵੇ ਮੈਂ ਲੈ ਕੇ ਆਈ ਹਾਂ, ਕੈਪਟਨ ਸਾਹਿਬ ਕਹਿੰਦੇ ਮੈਂ ਲੈ ਕੇ ਆਇਆ। ਹੁਣ ਕਦੇ ਬਾਤ ਸੁਣੀ ਹੈ ਵੀ ਕਿਸਾਨ 1 ਮਹੀਨੇ ਤੋਂ ਮਰ ਰਹੇ ਹੈ, 1.5 ਮਹੀਨੇ ਤੋਂ ਅਸੀਂ ਖੱਪ ਰਹੇ ਹਾਂ, ਅਸੀਂ ਕਦੇ ਕਿਤੇ ਜਾ ਕੇ ਰੋਕ ਰਹੇ ਹਾਂ ਪ੍ਰੋਜੈਕਟ, ਇੱਕ ਵੀ ਕਿਸੇ ਨੇ ਹਜੇ ਤੱਕ ਬਿਆਨ ਨਹੀਂ ਦਿੱਤਾ। ਇਹ ਸਿਰਫ ਤੇ ਸਿਰਫ ਇੱਕ ਪੋਲੀਟੀਕਲ ਸ਼ਗੂਫ ਹੈ, ਇੱਕ ਰਾਜਨੀਤਿਕ ਸ਼ਗੂਫ ਹੈ। ਇਹ ਆਪਣੇ ਵਿਕਾਸ ਦੇ ਨਾਂ ਤੇ ਆਉਣ ਵਾਲੀਆਂ 2022 ਦੀਆਂ ਚੋਣਾਂ ਦੇ ਵਿੱਚ ਦਿਖਾਉਣ ਲਈ ਸਰਕਾਰ ਵੱਲੋਂ ਕਿ ਅਸੀਂ ਵਿਕਾਸ ਕੀਤਾ ਹੈ, ਪੰਜਾਬ ਨੂੰ ਉਜਾੜਿਆ ਜਾ ਰਿਹਾ ਹੈ। ਕਿਉਂਕਿ ਜਿਹੜੇ ਇਹ ਵਾਅਦੇ ਕਰਕੇ ਸਰਕਾਰ ਬਣੀ ਸੀ, ਉਹ ਵਾਅਦਿਆਂ ਦੇ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ। ਨਾ ਲੋਕਾਂ ਨੂੰ ਰੁਜ਼ਗਾਰ ਦੇ ਸਕੀ, ਨਾ ਨਸ਼ੇ ਬੰਦ ਕਰ ਸਕੀ। ਸੋ ਜਦੋਂ ਵਾਅਦੇ ਪੂਰੇ ਨਹੀਂ ਕਰ ਸਕਦੇ, ਲੋਕਾਂ ਨੂੰ ਚੀਜ਼ ਨੂੰ ਦਿਖਾਣਗੇ ਜਿੰਨੇ ਇਹਨਾਂ ਨੇ ਵਾਅਦੇ ਕੀਤੇ। ਕਰਜ਼ਾ ਮਾਫ ਇਹ ਨਹੀਂ ਕਰ ਸਕੇ, ਨਸ਼ੇ ਇਹ ਨਹੀਂ ਬੰਦ ਕਰ ਸਕੇ, ਲੋਕਾਂ ਨੂੰ ਰੁਜ਼ਗਾਰ ਇਹ ਨਹੀਂ ਦੇ ਸਕੇ। ਹੁਣ ਇਹ ਸਿਰਫ ਦਿਖਾਣ ਲਈ ਕਿ ਦੇਖੋ ਜੀ ਕਿਹੜਾ ਪ੍ਰੋਜੈਕਟ ਲੈਣ ਦਾ ਤੁਹਾਡੇ ਵਾਸਤੇ, ਕਿਹੜੀ ਵੱਡੀ ਸੜਕ ਲੈਣ ਦੀ ਤੁਹਾਡੇ ਵਾਸਤੇ, ਇਹਨੂੰ ਵਿਕਾਸ ਦਾ ਨਾਮ ਦੇਣਾ ਹੈ, ਜਦਕਿ ਇਹ ਵਿਨਾਸ਼ ਦਾ। ਅਗਰ ਕੱਲ ਨੂੰ ਕੋਈ ਬੰਦਾ ਵੀ ਆਉਂਦਾ ਉਹਦਾ ਵੀ ਇੱਥੇ ਕੰਮ ਕਰਨਾ ਉਹਦਾ ਵਿਰੋਧ ਕਰਨਾ। ਬਿਲਕੁਲ ਰੋਕਾਂਗੇ ਭਾਜੀ, ਬਿਲਕੁਲ ਰੋਕਾਂਗੇ, ਪਰਚੇ ਵੀ ਕਰਾਏ ਨੇ, ਸਭ ਕੁਝ ਕਰਾਂਗੇ ਜੀ। ਅਸੀਂ ਐਂਡ ਤੱਕ ਲੜਾਂਗੇ। ਸਰਕਾਰ ਸਾਡੇ ਨਾਲ ਪ੍ਰੈਸ ਕਾਨਫਰੰਸ ਕਰ ਸਕਦੀ ਹੈ ਇਸ ਮੁੱਦੇ ਤੇ ਬੈਠ ਕੇ, ਤੇ ਅਸੀਂ ਉਹਨਾਂ ਨੂੰ ਦੱਸ ਸਕਦੇ ਹਾਂ ਵੀ ਸਾਡੇ ਫਾਇਦੇ ਤੇ ਨੁਕਸਾਨ, ਕਿਉਂਕਿ ਅਸੀਂ ਗਰਾਊਂਡ ਰੂਟ ਤੇ ਕੰਮ ਕਰ ਰਹੇ ਹਾਂ। ਆਫਿਸਰ ਲੌਬੀ ਸਿਰਫ ਕਮਰਿਆਂ 'ਚ ਬੈਠ ਕੇ ਹੁਕਮ ਦਿੰਦੀ ਹੈ, ਉਹ ਗਰਾਊਂਡ ਤੇ ਆ ਕੇ ਦੇਖਣਗੇ ਤਾਂ ਉਹਨਾਂ ਨੂੰ ਸੱਚਾਈ ਦਿਖਾ ਦਾਂਗੇ। ਸਾਨੂੰ ਸਿਰਫ 2 ਦਿਨ ਦੇ ਦੇਣ, ਅਸੀਂ ਸਰਕਾਰ ਨੂੰ ਬਿਲਕੁਲ ਅੱਖਾਂ ਖੋਲ ਦਾਂਗੇ ਸਰਕਾਰ ਦੀਆਂ। ਇੱਕ ਸਾਡੇ ਦੇ ਨਾਲ ਨਾ ਪੰਜਾਬ ਦੇ ਵਿੱਚ ਮਾਈਨਿੰਗ ਦੀ ਸਮੱਸਿਆ ਬਹੁਤ ਵੱਡੀ ਖੜੀ ਹੋਣੀ ਹੈ। ਇਹ ਰੋਡ 15 ਬਣਨੀ ਹੈ, ਉਹਦੇ ਵਾਸਤੇ ਮਿੱਟੀ ਦੇ ਸੌਦੇ ਕਰਨ ਲਈ ਠੇਕੇਦਾਰ ਪਿੰਡਾਂ ਦੇ ਵਿੱਚ ਪਹੁੰਚਣ ਲੱਗੇ ਵੀ ਟਿੱਬੇ ਵਿੱਚ ਉਹ ਸਾਰੀ ਇਲੀਗਲ ਮਾਈਨਿੰਗ ਹੋਣੀ ਹੈ। ਪੰਜਾਬ ਦੇ ਵਾਤਾਵਰਣ ਤੇ ਬਹੁਤ ਵੱਡਾ ਨਾ ਪੱਖੀ ਪ੍ਰਭਾਵ ਪਾਊਗੀ। ਆ ਪਿੰਡ ਬਰਾਸ ਦੇ ਸਰਪੰਚ ਬੈਠੇ ਨੇ ਸਤਾਮ ਸਿੰਘ, ਇਹਨਾਂ ਦੇ ਕੋਲੇ ਪੰਚਾਇਤੀ ਡੱਬਾ ਜੀ ਕੋਈ 10-12 ਕਿੱਲੇ, ਇਹਨਾਂ ਦੇ ਕੋਲੇ ਪਤਾ ਨਹੀਂ ਕਿੰਨੇ ਕੁ ਬੰਦੇ ਆ ਗਏ ਠੇਕੇਦਾਰ ਵੀ ਸਾਨੂੰ ਦੱਸੋ ਟਿੱਬੇ ਦਾ ਤੁਸੀਂ ਕੀ ਲੈਣਾ। ਆਮ ਬੰਦੇ ਨੂੰ ਇੱਕ ਘਰੇ ਮਿੱਟੀ ਦੀ ਟਰਾਲੀ ਨੂੰ ਪਾਉਣ ਦਿੰਦੇ ਲਿਆ ਕੇ ਪਰਚਾ ਹੋ ਜਾਂਦਾ, ਥਾਣੇ 'ਚ ਬੰਦ ਕਰ ਦਿੰਦੇ ਆ। ਇਹ ਇਲੀਗਲ ਮਾਈਨਿੰਗ ਇਹ ਵਾਤਾਵਰਨ ਦੇ ਬਹੁਤ ਪ੍ਰਭਾਵ। ਇੱਥੇ ਦੇਖ ਲਓ ਜੀ, ਕੋਈ ਟੈਂਡਰ ਨਹੀਂ ਪਾਇਆ ਸਰਕਾਰ ਨੇ, ਕੁਝ ਨਹੀਂ ਪਾਇਆ, ਤੇ ਸਾਡੇ ਨਾਲੋਂ ਕਹਿੰਦੇ ਤੁਸੀਂ ਐਗਰੀਮੈਂਟ ਕਰੋ ਜੀ। ਦੱਸੋ ਕਿਹੜੇ ਆਧਾਰ ਸਾਡੇ ਨਾਲ ਐਗਰੀਮੈਂਟ ਕਰਨਾ? ਜਿਹੜੇ ਇਹਨਾਂ ਦੇ ਮੁਲਾਜ਼ਮ ਆ ਰਹੇ ਆ ਕੰਪਨੀਆਂ ਦੇ, ਕਿਸੇ ਦਾ ਕਰੋਨਾ ਟੈਸਟ ਨਹੀਂ ਹੋਇਆ ਹੁੰਦਾ। ਉਹਦਾ ਕਰੋਨਾ ਦਾ ਬੜਾ ਵੱਡਾ ਸਾਨੂੰ ਮੋਦੀ ਤੇ ਇਹ ਅਡਾਨੀ ਬਾਨੀ ਸਾਰੇ ਦੱਸਦੇ ਨਾ ਕਿ ਕਰੋਨਾ ਫੈਲੂਗਾ, ਇੱਕ ਦਾ ਵੀ ਟੈਸਟ ਨਹੀਂ ਸਾਨੂੰ ਮਿਲਿਆ। ਕੋਈ ਇਤਲਾਹ ਨਹੀਂ ਦਿੰਦੇ ਇਹ ਕਿਸੇ ਨੂੰ ਵੀ, ਪ੍ਰਸ਼ਾਸਨ ਨੂੰ। ਇਹ ਤਾਂ ਹੀ ਪਤਾ ਨਹੀਂ ਖੇਤ 'ਚ ਗੱਡੀ ਖੜੀ ਹੈ, 4 ਉਹ ਖੜੇ। ਸਾਡੇ ਜ਼ਿਮੀਂਦਾਰਾਂ ਲਈ ਬਹੁਤ ਮੁਸ਼ਕਿਲ ਹੈ, ਨਾ ਇਹਨਾਂ ਨੂੰ ਪੰਜਾਬੀ ਆਉਂਦੀ ਹੈ ਕਿ ਸਾਡੇ ਜਿਹੜੇ ਪੰਜਾਬ ਦੇ ਵਿੱਚ ਆਉਂਦੇ ਤੇ ਸਾਨੂੰ ਲੈਂਗੁਏਜ ਤਾਂ ਸਾਡੀ ਸਮਝ ਸਕਣ। ਇਹ ਗਰਾਊਂਡ ਰੂਟ ਤੇ ਸਾਨੂੰ ਪਤਾ, ਅਸੀਂ ਜਾ ਕੇ ਅਫਸਰਾਂ ਨੂੰ ਦੱਸਦੇ ਹਾਂ। ਅਸੀਂ ਤਨਖਾਹ ਅਫਸਰ ਲੈਂਦੇ ਹਾਂ, ਕੰਮ ਅਸੀਂ ਕਰ ਰਹੇ ਹਾਂ। ਉਹਨਾਂ ਦਾ ਕੋਈ ਮਿਸਹੈਪਨਿੰਗ ਹੋ ਜਾਏ ਕਿਸੇ ਬਜ਼ੁਰਗ ਦੀ, ਹੂ ਇਜ਼ ਰਿਸਪੌਂਸਿਬਲ? ਨੋਬਡੀ। ਸਾਨੂੰ ਕੀ ਪਤਾ ਇਹ ਕੰਪਨੀ ਦਾ ਮੁਲਾਜ਼ਮ ਹੈ ਜਾਂ ਨਹੀਂ ਹੈ। ਅਸੀਂ ਪ੍ਰੈਸ ਪਾਸੇ ਜੇ ਕਲੇਮਸ ਰੇਜ਼ ਕੀਤੇ ਉਸ ਤੋਂ ਬਾਅਦ ਫਿਰ ਕਰ ਰਹੇ ਹਾਂ ਇਹਨਾਂ ਮੈਟਰ। ਭਾਜੀ ਅਸੀਂ ਤਾਂ ਬੰਦ ਕਰ ਰਹੇ ਹਾਂ ਸਰਕਾਰ ਨੂੰ ਵੀ ਅਸੀਂ ਦੋਨਾਂ ਦੀ ਤਾਂ ਗੱਲ ਹੀ ਨਹੀਂ ਕਰਨੀ ਜਿੰਨੇ ਦਿਨ ਸਾਡਾ ਦਿੱਲੀ ਵਾਲਾ ਮਸਲਾ ਨਹੀਂ ਹੁੰਦਾ। ਦਿੱਲੀ ਵਾਲੇ ਮਸਲੇ ਤੋਂ ਬਾਅਦ ਸਾਡੇ ਨਾਲ ਬੈਠਣ, ਅਸੀਂ ਆਪਣੀਆਂ ਮੁਸ਼ਕਲਾਂ ਦੱਸਾਂਗੇ, ਸਰਕਾਰ ਆਪਣੀ ਮੁਸ਼ਕਲ ਦੱਸੇ। ਜਿੰਨੀ ਦੇਰ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਵਾਪਸ ਨਹੀਂ ਲਏ ਜਾਂਦੇ, ਸਾਡੀ ਸਰਕਾਰ ਨਾਲ ਇਸ ਵਿਸ਼ੇ ਤੇ ਕੋਈ ਗੱਲ ਨਹੀਂ। ਹਾਂ, ਜਿਹੜਾ ਐਕਸਪ੍ਰੈਸ ਵੇ ਬਣ ਰਿਹਾ ਇਹ ਅਸੀਂ ਬਣ ਰਹੇ, ਸਾਡੀਆਂ ਲਾਸ਼ਾਂ ਜਿਹੜਾ ਰੋਸ ਮਾਰਚ ਹੈ ਉਹ ਵੀ ਬਾਅਦ ਚ ਹੋਊਗਾ, ਦਿੱਲੀ ਪ੍ਰੋਟੈਸਟ ਤੋਂ ਬਾਅਦ ਹੀ ਹੋਊਗਾ, ਜਿਹੜਾ ਪਟਿਆਲੇ ਹੋਊਗਾ। ਪਹਿਲਾਂ ਕਰਾਂਗੇ ਜੀ ਅਸੀਂ। ਸਰਕਾਰ ਨੂੰ ਇਸ਼ਾਰਾ ਕਰਨ ਦੇ ਲਈ
ਤੇ ਜਿਹੜਾ ਤੁਸੀਂ ਉੱਥੇ ਦੀ ਆੜ ਦੇ ਵਿੱਚ ਵੀ ਸਾਡਾ ਕਿਸਾਨ ਸ਼ਾਇਦ ਦਿੱਲੀ ਰੁੱਝਿਆ ਹੋਇਆ ਨਹੀਂ, ਕਿਸਾਨ ਇੱਥੇ ਵੀ ਜਾਗਰੂਕ ਹੈ, ਕਿਸਾਨ ਇੱਥੇ ਵੀ ਹੈ। ਸਰਕਾਰ ਨੂੰ ਸਿਰਫ ਦਿਖਾਉਣ ਦੇ ਲਈ, ਉਸ ਨੂੰ ਚੇਤਨ ਕਰਨ ਦੇ ਲਈ, ਉਹਨੂੰ ਸੰਕੇਤ ਦੇਣ ਦੇ ਲਈ ਅਸੀਂ ਇੱਥੇ ਉਹ ਰੋਸ ਮੁਜ਼ਾਹਰਾ ਜ਼ਰੂਰ ਕਰਾਂਗੇ। ਅਸੀਂ ਅੱਜ ਵੀ ਸੋਸ਼ਲ ਮੀਡੀਆ ਤੇ ਸਾਡਾ ਕੰਮ ਚੱਲ ਰਿਹਾ ਹੈਗਾ, ਅੱਜ ਵੀ ਪ੍ਰਿੰਟ ਮੀਡੀਆ ਦੇ ਵਿੱਚ ਸਾਡਾ ਕੰਮ ਚੱਲ ਰਿਹਾ, ਇਲੈਕਟ੍ਰੋਨਿਕ ਮੀਡੀਆ ਚੱਲ ਰਿਹਾ, ਅੱਜ ਵੀ ਆਪਣੀ ਜਥੇਬੰਦੀ ਨੂੰ ਮਜ਼ਬੂਤ ਕਰ ਰਹੇ ਹਾਂ, ਰੋਸ ਧਰਨੇ ਦਿੱਤੇ ਜਾ ਰਹੇ ਨੇ, ਇਹ ਸਾਰਾ ਕੁਝ ਹੋ ਰਿਹਾ। ਪਰ ਮੇਨ ਐਕਸ਼ਨ ਚਲੋ ਸਾਡੀਆਂ ਜਥੇਬੰਦੀਆਂ ਕੋਈ ਟੈਂਟੇਟਿਵ ਡੇਟ ਹੈ ਰੋਜ਼ ਮਾਰਚ ਵਾਸਤੇ? ਸਾਡਾ ਵਿਦਨ 4 ਡੇਜ਼ ਦੇ ਵਿੱਚ ਅਸੀਂ ਡਿਸਾਈਡ ਕਰ ਸਕਦੇ ਹਾਂ। 4 ਦਿਨਾਂ ਦੇ ਵਿੱਚ ਸਾਡੀਆਂ ਸਾਰੀਆਂ ਪ੍ਰੈਸ ਕਾਨਫਰੰਸ ਹੋ ਜਾਣਗੀਆਂ। ਜੇ ਤਾਂ ਕੈਪਟਨ ਸਾਹਿਬ ਨੇ ਪਹਿਲਾਂ ਸਾਡਾ ਕੋਈ ਇਹ ਉਹ ਡੇਟ ਵੀ ਮੈਂ ਤੁਹਾਡੇ ਨਾਲ ਖੜਾ ਹਾਂ, ਸਾਰੇ ਪ੍ਰੋਜੈਕਟ ਟੋਟਲੀ ਬੰਦ ਹੈ ਪੰਜਾਬ ਦੇ ਵਿੱਚ, ਫਿਰ ਅਸੀਂ ਇਹਨੂੰ ਪੋਸਟਪੋਨ ਕਰ ਸਕਦੇ ਹਾਂ, ਅਦਰਵਾਈਜ਼ ਸਾਨੂੰ ਜਲਦੀ ਐਕਸ਼ਨ ਲੈਣਾ ਪਊਗਾ। ਪ੍ਰੋਜੈਕਟ ਦੀ ਲਾਗਤ ਦੱਸੀ ਹੈ ਜੀ ਇਹਨਾਂ 11,000 ਇਹ ਸਰਕਾਰ ਜਿਹੜੀ ਹੈ ਪਾ ਦਿਓ ਭਾਜੀ ਕੈਪਟਨ ਸਾਹਿਬ ਵੀ ਜੇ ਪ੍ਰੈਸ ਦੇ ਵਿੱਚ ਪ੍ਰੈਸ ਜਿਵੇਂ ਉੱਥੇ ਟੀਵੀ ਤੇ ਦੱਸਦੇ ਨਾ ਤਾਂ ਸਾਡੇ ਹੱਕ ਬੋਲਣਗੇ ਤਾਂ ਅਸੀਂ ਪੋਸਟਪੋਨ ਕਰ ਦਾਂਗੇ, ਅਦਰਵਾਈਜ਼ ਸਾਨੂੰ ਇਹ ਜਲਦੀ ਐਕਸ਼ਨ ਲੈਣਾ ਪਊਗਾ। ਸਰਕਾਰ ਜਿਹੜੀ ਜ਼ਮੀਨ ਸਾਡੀ ਕੋਠੀ ਦੇ ਮਾਲਕ ਬਣਾ ਚਾਹੁੰਦੀ ਹੈ। ਪੰਜਾਬ ਸਰਕਾਰ ਵੀ ਸੈਂਟਰ ਸਰਕਾਰ ਦੇ ਨਾਲ ਲੜੀ ਹੋਈ ਬਿਲਕੁਲ, ਕਿਉਂਕਿ ਕਰੋਨਾ ਦੀ ਆੜ ਹੇਠ ਇਹਨਾਂ ਨੇ ਸਾਰਾ ਕੁਝ ਕਰੋਨਾ ਦੇ ਵਿੱਚ ਹੀ ਕੀਤਾ। 3A 3D ਸਾਰਾ ਕੁਝ ਇਹਨਾਂ ਨੇ ਉਹਦੇ ਵਿੱਚ ਕਰ ਦਿੱਤਾ। ਕਿਸਾਨ ਉਦੋਂ ਉਧਰ ਉੱਚੇ, ਕੋਈ ਪਟਕੀਆਂ ਤੇ ਬੈਠਾ, ਕੋਈ ਦਿੱਲੀ ਬੈਠਾ ਸੀ। ਇਸ ਦੌਰਾਨ ਹੀ ਇਹਨਾਂ ਨੇ ਸਾਰਾ ਕੰਮ ਜਿਹੜਾ ਇੰਨੀ ਤੇਜ਼ੀ ਦੇ ਨਾਲ ਫਾਸਟ ਕੀਤਾ ਨਾ, ਕਿਸਾਨ ਨੂੰ ਪੁੱਛਿਆ ਨਹੀਂ ਗਿਆ, ਕਿਸੇ ਨੂੰ ਪੁੱਛਿਆ ਨਹੀਂ ਗਿਆ ਕਿ ਤੁਹਾਡੀ ਜ਼ਮੀਨ ਆ ਕਿ ਤੁਸੀਂ ਦੇਣ ਨੂੰ ਐਗਰੀ ਹੋ ਕਿ ਨਹੀਂ ਐਗਰੀ, ਤੁਸੀਂ ਕੀ ਰੇਟ ਤੇ ਜ਼ਮੀਨ ਦਵੋਗੇ। ਹਾਲੇ ਤੱਕ ਇਹਨਾਂ ਨੇ ਕਿਸੇ ਵੀ ਇੱਕ ਵੀ ਇਕੱਲੇ ਵੀ ਫਰਮਰ ਨੂੰ ਜਾ ਕੇ ਨਹੀਂ ਪੁੱਛਿਆ ਕਿ ਤੁਸੀਂ ਆਪਣੀ ਜ਼ਮੀਨ ਦੇ ਦੇਣੀ, ਜੇ ਦੇਣੀ ਹੈ ਤੇ ਕਿਸ ਰੇਟ ਤੇ ਦੇਣੀ। ਦੇਖੋ ਕੋਈ ਅੱਜ ਰੇਟ ਆ 18 ਲੱਖ 17 ਲੱਖ, ਨਹੀਂ 9 ਲੱਖ ਰੁਪਏ ਸਰਦਾਰ ਸਾਹਿਬ, 9 ਲੱਖ ਸਾਰਾ ਸਾਰੇ ਭੱਤੇ ਪਾ ਕੇ ਉਹ ਨਹੀਂ ਪੱਤੇ ਤਾਂ ਆਪਣੇ ਰਾਈਟ ਹੈ, ਉਹ ਤਾਂ ਆਪਣੇ ਰਾਈਟ ਹੈ, ਉਹ ਤਾਂ ਸਾਨੂੰ ਜਿਹੜਾ ਪੱਤਾ ਦਿੱਤਾ ਜਾ ਰਿਹਾ ਉਹ ਕੈਲਕੂਲੇਟ ਕਰਕੇ ਜ਼ਮੀਨ ਦਾ ਰੇਟ ਨਹੀਂ। ਇਹ ਸਰਕਾਰ ਸੈਂਟਰ ਸਰਕਾਰ ਦੇ ਨਾਲ ਕਮਿਟਮੈਂਟ ਕਰਕੇ ਆਈ ਹੈ ਤੇ ਤੁਹਾਨੂੰ ਅਸੀਂ ਵਾਜਬ ਰੇਟਾਂ ਤੇ ਜ਼ਮੀਨ ਦਵਾਉਣੇ। ਤੁਸੀਂ ਐਕਸਪ੍ਰੈਸ ਕੱਟੋ ਸਾਡੇ ਪੰਜਾਬ ਦੇ ਵਿੱਚੋਂ ਦੀ ਐਕਸਪ੍ਰੈਸ ਲੈ ਕੇ ਜਾਓ, ਲੈ ਕੇ ਆਓ ਫਟਾਫਟ। ਤੁਹਾਨੂੰ ਅਸੀਂ ਫ੍ਰੀ ਦੀ ਜ਼ਮੀਨ ਫ੍ਰੀ ਹੋ ਗਿਆ। ਪੰਜਾਬ ਸਰਕਾਰ ਜ਼ਮੀਨ ਦਾ ਪ੍ਰਬੰਧ ਹੀ ਕਰਦੇ, ਪਹਿਲਾਂ ਜਿੰਨੀ ਲੈਣਾ ਚਾਹੁੰਦੀ ਉਹ ਜ਼ਮੀਨ ਦਾ ਪ੍ਰਬੰਧ ਹੀ ਕਰਦੇ, ਵਿਚਾਰੇ ਜਾਣਗੇ ਕਿੱਥੇ। ਕਿਸਾਨ ਵੇਚਣਾ ਨਹੀਂ ਚਾਹੁੰਦੇ, ਜੇ ਉਹ ਜ਼ਮੀਨ ਨੂੰ ਲੈਣੀ ਹੈ ਸਾਡੇ ਲਈ ਪ੍ਰਬੰਧ ਕਰ ਦਿਓ, ਪ੍ਰਬੰਧ ਕਰੋ, ਸਾਡੀ ਜ਼ਮੀਨ ਦਾ ਪ੍ਰਬੰਧ ਕਰੋ। ਪਹਿਲਾਂ ਅੰਗਰੇਜ਼ ਇਹ ਦਿੰਦੇ ਹੁੰਦੇ ਸੀ, ਲੈਂਡ ਐਕੁਜੀਸ਼ਨ ਐਕਟ ਦੇ ਵਿੱਚ ਪ੍ਰੋਵੀਜ਼ਨ ਸੀ ਜੀ, ਜਿਹੜਾ ਲੈਂਡ ਐਕੁਜੀਸ਼ਨ ਐਕਟ 1894 ਦੇ ਵਿੱਚ ਅੰਗਰੇਜ਼ਾਂ ਨੇ ਬਣਾਇਆ ਸੀ। ਜਿੱਥੇ ਕਿਤੇ ਡਿਸਪਲੇਸਮੈਂਟ ਹੁੰਦੀ ਸੀ ਤਾਂ ਉਹਦੀ ਜ਼ਮੀਨ ਦਿੰਦੇ ਸੀ ਉਸ, ਬਲਕਿ ਡਬਲ ਜ਼ਮੀਨ ਦਿੰਦੇ ਸੀ ਕਿਤੇ ਹੋਰ। ਹਾਂ ਬਿਲਕੁਲ ਅੰਗਰੇਜ਼ਾਂ ਦੀ ਪ੍ਰੋਵੀਜ਼ਨ ਸੀ। ਇਹਦੇ ਅਸੀਂ ਬਦਲਵਾ ਪ੍ਰਬੰਧ ਕਰਕੇ ਦਾ ਰਾਈਟ ਵੀ ਹੈ ਨਾ। ਦੇਖੋ ਮੈਨੂੰ ਇਹ ਰਾਈਟ ਨਹੀਂ ਹੈ ਕਿ ਤੁਹਾਨੂੰ ਡਿਸਪਲੇਸ ਕਰਨਾ, ਤੁਹਾਨੂੰ ਰੀਹੈਬਿਲਿਟੇਟ ਵੀ ਤਾਂ ਕਰਨਾ ਹੈ ਨਾ। ਇੱਕ ਬੜਾ ਵੱਡਾ ਪੁਆਇੰਟ ਹੋਰ ਦੱਸ ਦੇਣਾ ਤੁਹਾਨੂੰ, ਇਹਨਾਂ ਨੇ ਇੱਕ ਮਲਟੀਪਲਾਈ ਫੈਕਟਰ ਰੱਖਿਆ 10 ਕਿਲੋਮੀਟਰ ਦੇ ਵਿੱਚ, ਮਲਟੀਪਲਾਈ ਫੈਕਟਰ ਇੱਕ ਰੱਖਿਆ ਕਿਸਾਨਾਂ ਨੂੰ ਮਾਰਨ ਲਈ। ਸਿਟੀ ਤੋਂ ਲੈ ਕੇ ਐਂਡ ਤੱਕ ਇਹ ਸਿਟੀ ਦੇ ਉੱਤੇ ਮਲਟੀਪਲਾਈ ਫੈਕਟਰ ਇੱਕ ਦੇ ਰਹੀ ਹੈ। 10 ਕਿਲੋਮੀਟਰ ਤੋਂ ਬਾਅਦ ਇਹ 1.5 ਜਾਂ 2 ਤੱਕ ਜਾਂਦੀ ਹੈ ਗਵਰਨਮੈਂਟ। ਅਸੀਂ ਕਹਿੰਦੇ ਮਲਟੀਪਲਾਈ ਫੈਕਟਰ ਇੱਕ ਦਿੰਦੇ ਹੋ ਨਾ ਤੁਸੀਂ ਸਾਨੂੰ 10 ਕਿਲੋਮੀਟਰ ਦੇ ਵਿੱਚ, ਤਾਂ ਰੇਟ ਵੀ ਇੱਕ ਤੈਅ ਕਰ ਦਿਓ। ਮਲਟੀਪਲਾਈ ਫੈਕਟਰ ਮਤਲਬ ਮਲਟੀਪਲਾਈ ਫੈਕਟਰ ਹੁੰਦਾ ਜੀ, ਇਹਨਾਂ ਨੇ ਦਿੱਤੇ ਹੋਏ ਆ ਵੀ ਜੇ ਤਾਂ ਪਿੰਡ ਵਾਲੀ ਜ਼ਮੀਨ ਹੈ ਉਹਦੇ ਤੇ 1.5 ਤੋਂ 2 ਜਾਂਦਾ ਹੈ। ਇਹਨਾਂ ਨੂੰ ਰੇਟ ਦਾ ਦਿੱਤਾ ਜਿਹੜਾ ਪਿੰਡ ਵਾਲਾ, ਜਿਵੇਂ ਬੇਸਿਕ ਰੇਟ ਪਾ ਕੇ ਨਾ ਇਹਦਾ ਵੱਡਾ ₹1.5 ਸਰਕਾਰ ਦੀ ਸਿਰਫ ਇੱਕ ਮੰਸ਼ ਹੈ ਵੀ ਇਹਨਾਂ ਦੇ ਕਿਸਾਨਾਂ ਦੀ ਜ਼ਮੀਨ ਸਸਤੇ ਭਾਅ ਕਿਵੇਂ ਲੈਣੀ, ਉਹ ਸਾਰੇ ਹੱਥਕੰਡੇ ਬਣਾ ਰਹੀ ਹੈ ਬਸ। ਇਹ ਇਸ ਤਰ੍ਹਾਂ ਹੁੰਦਾ ਹੈ। ਠੀਕ ਹੈ ਜੀ। ਜਿਹੜਾ ਮਲਟੀਪਲਾਇਰ ਫੈਕਟਰ ਹੈ ਨਾ, ਜਿਹੜਾ ਸਾਡਾ ਫੇਅਰ ਕੰਪਨਸੇਸ਼ਨ ਐਕਟ ਹੈ ਉਹਦੇ ਸ਼ਡਿਊਲ 1 ਦੇ ਵਿੱਚ ਆ ਜਾਂਦਾ ਹੈ। ਠੀਕ ਹੈ ਜੀ। ਇਹ ਕੀ ਹੁੰਦਾ ਹੈ ਕਮੇਟੀ ਦੀ ਆਲੇ ਰੋਜ਼ ਦਾ ਪ੍ਰੋਜੈਕਟ ਹੈ ਲੋਕੇਸ਼ਨ ਆਫ ਪ੍ਰੋਕਿਊਰਡ ਲੈਂਡ 10 ਕਿਲੋਮੀਟਰ ਤੋਂ ਦੂਰ ਹੈ। ਤੁਹਾਨੂੰ ਮੈਂ ਫੋਨ ਕੀਤਾ ਸੀ, ਤੁਹਾਨੂੰ ਮੈਸੇਜ ਕੀਤਾ ਸੀ WhatsApp ਤੇ, ਮੈਂ ਕਿਹਾ ਅੱਛਾ ਹਾਂਜੀ ਜਗਜੀਤ ਉਹ ਸਾਹਮਣੇ ਠੀਕ ਹੈ ਹਾਂਜੀ ਮੈਂ ਤੁਹਾਨੂੰ WhatsApp ਤੇ ਮੈਸੇਜ ਕਰਦਾ। ਅੱਛਾ ਤੁਸੀਂ ਠੀਕ ਹੈ, ਅੱਛਾ ਓਕੇ ਹਾਂਜੀ ਉਹ ਜਿਹੜਾ ਕੈਨੇਡਾ ਵਾਲਾ ਮੁੰਡਾ ਨੇ ਅੱਛਾ ਅੱਛਾ ਠੀਕ ਹਾਂਜੀ ਮੈਂ ਕਿਹਾ ਜੀ ਜੋ ਐਕਟ ਇਹ ਕਹਿੰਦਾ ਹੈਗਾ ਵੀ ਪਿਓਰ ਲੈਂਡ ਦਾ ਬਣਨਾ ਚਾਹੀਦਾ ਬਲੇਡ ਦਾ। ਉਹਨਾਂ ਨੇ ਕਿਹਾ ਜਿਹੜੀ ਉੱਥੋਂ ਚਿੱਠੀ ਆਈ ਤਪੇ ਦੀ ਮਿਊਨਿਸਪੈਲਿਟੀ ਦੀ ਮੰਗੀ ਸੀ, ਉਹ ਮੰਗ ਲਈ ਪਿੰਡ ਦੀ। ਹੁਣ ਪਿੰਡ ਤਾਂ 3-3 ਕਿਲੋਮੀਟਰ ਚਾਰੇ ਪਾਸੇ ਫੈਲਿਆ ਹੁੰਦਾ ਕਿ ਨਹੀਂ ਫੈਲਿਆ। ਜੇ ਆਪਾਂ ਪਟਿਆਲਾ ਦੀ ਬਾਉਂਡਰੀ ਦੇਖੀਏ ਕਿੰਨੀ ਦੂਰ ਤੱਕ ਹੈ, ਠੀਕ ਹੈ ਨਹੀਂ। ਤੇ ਜ਼ਮੀਨ ਪਿਓਰ ਕੀਤੀ ਜਾ ਰਹੀ ਹੈ ਭੁਪਿੰਦਰਾ ਰੋਡ ਤੇ, ਆਪਾਂ ਮਿਣਤੀ ਕਰ ਰਹੇ ਹਾਂ ਉਹ ਬਾਈਪਾਸ ਤੋਂ ਪਰਾਂ ਤੱਕ ਪਛਿਆਣੇ ਕੋਲੇ ਜਾ ਕੇ ਉੱਥੇ ਆਉਂਦਾ ਪਟਿਆਲੇ ਦੀ, ਉੱਥੇ ਤੱਕ ਕਰ ਰਹੇ ਹਾਂ।
ਇਹ ਸਰ ਆਪਾਂ ਨੇ ਇੱਕ ਹੋਰ ਮੈਂ ਵਿੱਚ ਕਹੂੰਗਾ ਤੁਹਾਨੂੰ ਜਿਹੜੇ ਉਹ ਡਿਪਟੀ ਕਮਿਸ਼ਨਰ ਵਗੈਰਾ ਤੇ ਜਾਂਦੇ ਸਾਰਿਆਂ ਨੂੰ ਆਪਾਂ ਮੰਗ ਪੱਤਰ ਵਗੈਰਾ ਦੇ ਚੁੱਕੇ ਹਾਂ ਦੇ ਚੁੱਕੇ ਹਾਂ, ਸਭ ਨੂੰ ਭਾਜੀ ਸਭ ਨੂੰ ਦੇ ਚੁੱਕੇ ਆ। ਅੱਛਾ ਜੀ। ਜੇ ਪਟਵਾਰੀ ਕੋਲ ਜਾਂਦੇ ਆ ਪਟਵਾਰੀ ਕਹਿੰਦਾ ਮੈਨੂੰ ਕੁਝ ਨਹੀਂ ਪਤਾ, ਐਸਡੀਐਮ ਕੋਲ ਜਾਂਦੇ ਆ ਐਸਡੀਐਮ ਕਹਿੰਦਾ ਮੈਨੂੰ ਕੁਝ ਨਹੀਂ ਪਤਾ, ਡੀਸੀ ਕੋਲ ਜਾਂਦੇ ਆ ਡੀਸੀ ਕਹਿੰਦਾ ਮੇਰੇ ਕੋਲ ਕੋਈ ਪਾਵਰ ਨਹੀਂ। ਦੇਖੋ ਦੁਖਾਂਤ ਕਿੱਡਾ ਵੱਡਾ ਹੈ। ਸਾਰੇ ਹੱਥ ਖੜੇ ਕਰਦੇ ਆ, ਪਰ ਜਦੋਂ ਅਸੀਂ ਇਹਨਾਂ ਦੇ ਮੁਲਾਜ਼ਮ ਫੜ ਲੈਂਦੇ ਆ ਤਾਂ ਉਸੇ ਪਟਵਾਰੀ ਨੂੰ ਸਾਰਾ ਕੁਝ ਪਤਾ ਹੁੰਦਾ, ਉਸੇ ਐਸਡੀਐਮ ਨੂੰ ਸਾਰਾ ਕੁਝ ਪਤਾ ਹੁੰਦਾ, ਉੱਥੇ ਸਭ ਨਾਲ ਖੜ ਜਾਂਦੇ ਆ ਕੰਪਨੀਆਂ। ਤਾਂ ਸਾਨੂੰ ਨਜ਼ਰ ਆ ਰਿਹਾ ਹੈ ਕਿ ਧੋਖਾਧੜੀ ਹੋ ਰਹੀ ਹੈ ਸਾਡੇ ਨਾਲ। ਬਸ ਇੱਕ ਇਹਨਾਂ ਸੜਕਾਂ ਵਾਸਤੇ ਨਾ ਇੱਕ ਵਾਤਾਵਰਨ ਵਾਸਤੇ ਕਲੀਅਰੈਂਸ ਲੈਣੀ ਹੁੰਦੀ ਹੈ। ਹਾਂਜੀ ਹਾਂ। ਪਬਲਿਕ ਮੀਟਿੰਗ ਕਰਕੇ ਜਨਤਕ ਸੁਣਵਾਈ ਹੁੰਦੀ ਹੈ। ਉਹ ਸਾਡੇ ਪਟਨਾ ਮੀਟਿੰਗ ਰੱਖੀ ਸੀ ਇਹਨਾਂ ਨੇ 5 ਤਰੀਕ ਨੂੰ ਤੇ ਸੰਗਰੂਰ ਰੱਖੀ ਸੀ 7 ਨੂੰ। ਉਹ ਮੀਟਿੰਗ ਸਿਰੇ ਨਹੀਂ ਚੜੀ, ਇਹਨਾਂ ਤੋਂ ਪੋਸਟਪੋਨ ਕਰੀ, ਮਤਲਬ ਇਹਨਾਂ ਨੂੰ ਵਾਤਾਵਰਨ ਕਲੀਅਰੈਂਸ ਅਜੇ ਮਿਲੀ ਨਹੀਂ। ਠੀਕ ਹੈ। ਅਸੀਂ ਚਾਹੁੰਦੇ ਹਾਂ ਪੰਜਾਬ ਦੀ ਇੱਕ ਰੱਖ ਦਿਨ ਅਸੀਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਉਹ ਜਾਵਾਂਗੇ। ਮੀਟਿੰਗਾਂ ਰੱਦ ਕਰਵਾ ਸਾਡੀ ਮੰਗ ਹੈ, ਲਿਖ ਦਿਓ ਚਾਹੇ ਵੀ ਉਹ ਮੀਟਿੰਗ ਇਹ ਇੰਨਾ ਖਰਚਾ ਨਾ ਪਾਉਣ, ਵਜਨ ਨਾ ਪਾਉਣ ਸਰਕਾਰਾਂ ਦੇ। ਉਹ ਮੀਟਿੰਗ ਇੱਕ ਕਰਨ ਤੇ ਅਸੀਂ ਗੱਡੀਆਂ ਲੈ ਕੇ ਉੱਥੇ ਹੀ ਪਹੁੰਚਾਂਗੇ ਸਾਰੇ ਜਣੇ। ਪੰਜਾਬ ਦੀ ਇੱਕ ਮੀਟਿੰਗ ਕਰ ਦੇਣ ਵਾਤਾਵਰਨ ਦੀ, ਤੇ ਪਾੜਨ ਨਾ ਕਿਸਾਨਾਂ ਨੂੰ ਜਿਹੜਾ ਇਹ ਕੋਸ਼ਿਸ਼ ਕਰ ਰਹੇ ਆ ਉਸ ਚੀਜ਼ ਤੋਂ। ਮਤਲਬ ਤੁਸੀਂ ਲਿਖ ਦਿਓ ਚਾਹੇ ਵੀ ਮੰਗ ਹੈ ਕਿ ਪੰਜਾਬ ਦੀ ਇੱਕ ਮੀਟਿੰਗ ਕਰਨ ਤੇ ਉੱਥੇ ਸਾਰੀ ਪ੍ਰੈਸ ਪੰਜਾਬ ਦੀ ਆ ਜਾਏ ਤੇ ਸਾਰਾ ਕਿਸਾਨ ਆਜੂ ਤੇ ਬੜਾ ਵੱਡਾ ਇੱਕ ਇਹਨਾਂ ਨੂੰ ਰਸਤਾ ਦਿਖਾਵਾਂਗੇ। ਇਹ ਡਰ ਰਹੇ ਇਹਨਾਂ ਦਾ ਜਿਹੜਾ ਅਫਸਰ ਹੈ ਨਾ ਜੀ, ਉਹ ਕਹਿੰਦਾ ਵੀ ਪਹਿਲਾਂ ਮੈਨੂੰ ਕੰਟੈਕਟ ਨੰਬਰ ਦੇ ਦਿਓ ਢੱਲੋਂ ਸਾਹਿਬ ਤੇ ਮੇਰਾ ਮੰਗ ਰਹੇ ਆ ਵੀ ਅਸੀਂ ਤਿਆਰੀ ਕਰਕੇ ਆਵਾਂਗੇ। ਫਿਰ ਮੈਂ ਉਹਨਾਂ ਨੂੰ ਜਵਾਬ ਦਿੱਤਾ, ਮੈਂ ਕਿਹਾ ਤਿਆਰੀ ਇਹ ਕਿਤਾਬਾਂ 'ਚ ਨਹੀਂ, ਇਹ ਗਰਾਊਂਡ ਤੇ ਜਾ ਕੇ ਮਿਲੂਗੀ ਤੁਹਾਨੂੰ ਤਿਆਰੀ। ਤੁਸੀਂ ਲੋਕਾਂ 'ਚ ਜਾਓ, ਤੁਸੀਂ ਤਿਆਰੀ ਕਰ ਨਹੀਂ ਸਕਦੇ, ਸਾਡੇ ਸਵਾਲਾਂ 'ਚ ਤੁਹਾਡੇ ਕੋਲ ਜਵਾਬ ਹੈ ਨਹੀਂ ਕੀ। ਭਵਾਨੀਗੜ੍ਹ ਦਾ ਨਾ ਮੈਂ ਲੈਣਾ ਬਾਜੀ ਬਾਹਰ ਭਵਾਨੀਗੜ੍ਹ ਦਾ ਕਿਹੜੀ ਏਰੀਆ ਆ ਰਿਹਾ ਜੀ ਆਪਣਾ ਭਵਾਨੀਗੜ੍ਹ ਦਾ? ਭਵਾਨੀਗੜ੍ਹ ਦਾ ਜੀ ਸੰਗਰੂਰ ਦੇ ਟੋਟਲ 52 ਪਿੰਡ ਨੇ। ਠੀਕ ਹੈ ਜੀ। ਚਲੋ ਲੋ ਮੈਂ ਇੱਕ ਆਪਣੇ ਜਿਹੜਾ ਨੇ ਗਿਆ ਵੱਡੀ ਗੱਲ ਹੈ ਦੱਸ ਦਿਓ ਇਹਨਾਂ ਨੂੰ। ਰਾਈਸਿੰਗ ਵਾਲੇ ਲੱਗਿਆ ਪਤਾ ਕਿੱਥੇ ਲੱਗਿਆ ਉੱਥੇ ਹੀ ਸੀ, ਉੱਥੇ ਹੀ ਹੁੰਦੇ ਆ। ਅੱਛਾ ਅੱਛਾ। ਤੁਹਾਡਾ ਪਿੰਡ ਕਿਹੜਾ ਹੈ? ਮੈਂ ਸੰਗਰੂਰ ਤੋਂ ਆ, ਵੈਸੇ ਤਾਂ ਦਿਆਲਗੜ੍ਹ ਜੀਜੀਆਂ ਪਿੰਡ ਹੈ। ਅੱਛਾ ਅੱਛਾ। ਮੈਂ ਪ੍ਰਧਾਨ ਹਾਂ ਸੰਗਰੂਰ ਜ਼ਿਲ੍ਹੇ ਤੋਂ ਜੀ। ਓਕੇ ਓਕੇ। ਇਹ ਪਟਿਆਲੇ ਦੇ ਪ੍ਰਧਾਨ ਹੈ ਸਾਡੇ। ਤੇ ਡਿੱਗੀ ਸਾਹਿਬ ਜੀ ਉਹ ਡਿੱਕੀ ਹੈ ਜੀ ਹਾਂਜੀ ਆ ਡਿੱਕੀ ਹੈ ਜੀ ਨਾਲ ਕਮੇਟੀ ਦੀ ਬੱਕਲੇ ਵੱਡੀ ਕਾਮਯਾਬੀ ਇਹ ਹੈ ਵੀ ਅਸੀਂ ਉਹ ਇਹਨਾਂ ਦੀ ਸੁਖਦੇਵ ਸਿੰਘ ਨੇ ਪ੍ਰਧਾਨ ਉਹ ਨਾਲ ਜੁੜ ਕੇ ਕਿੰਨੇ ਨੰਬਰ ਤੇ ਜਵਾਬ ਨਹੀਂ ਸੀ ਸਰਕਾਰ ਕੋਲੇ ਕਿਸੇ ਗੱਲ ਦਾ ਵੀ। ਜਲੋ ਬੱਗਲੇ ਦੇ ਨਾਲ ਬੈਠੇ ਇਹਦੇ ਛੱਡ ਕੱਢ ਕੇ ਜ਼ਿਮੀਂਦਾਰਾਂ ਸੁਖਦੇਵ ਸਿੰਘ ਕਿਸਾਨਾਂ ਦਾ ਜਿਹੜਾ ਜੀਵਨ ਪੱਧਰ ਉੱਪਰ ਚੁੱਕਣਾ ਨਬੀ ਬੱਗਲੇ ਇੱਕ ਉਹ ਹੋਰ 9 ਲੱਖ ਰੁਪਇਆ ਦੇ ਕੇ ਜੀਵਨ ਪੱਧਰ ਉੱਤੇ ਪੁੱਛਿਆ ਚੱਕਣਗੇ। ਪ੍ਰਧਾਨ ਜੀ ਇਹ ਹਲੇ ਹੋਰ ਵੀ ਪਾੜਦੇ ਨੇ ਕਿ ਵੀ ਤੁਸੀਂ ਜੀ ਸੰਗਰੂਰ ਵਾਲਿਆਂ ਨੂੰ ਐਵੇਂ ਕਰੋਗੇ। ਮੈਨੂੰ ਪਤਾ ਜੀ, ਮੇਰਾ ਤਾਂ ਇੱਕ ਨਾਂ ਚੱਲ ਰਿਹਾ ਵੀ ਉਹਨੂੰ ਨਾ ਲੈ ਕੇ ਆਓ ਯਾਰ, ਤੁਹਾਡਾ ਰੌਲਾ ਹੋ ਰਿਹਾ। ਜਲੰਧਰ ਪ੍ਰਧਾਨ ਜੀ ਨਾਲ ਸੀ, ਮੈਂ ਸੀ ਉਦੋਂ ਇਕੱਲਾ ਹੀ। ਤੇ ਐਸਡੀਐਮ ਸਾਹਿਬ ਦਾ ਸਵਾਲ ਇਹ ਸੀਗਾ, ਕਹਿੰਦੇ ਤੁਸੀਂ, ਮੈਂ ਜਦੋਂ ਗੱਲਬਾਤ ਕੀਤੀ ਕਹਿੰਦੇ ਯਾਰ ਤੁਹਾਡਾ ਸੰਗਰੂਰ ਦਾ ਰੌਲਾ ਤਾਂ ਹੋ ਰਿਹਾ, ਸਾਡਾ ਜਲੰਧਰ ਦਾ ਰੌਲਾ ਹੋ ਰਿਹਾ। ਮੈਂ ਕਿਹਾ ਜੀ ਕੀ ਫਰਕ ਹੈ? ਕਹਿੰਦੇ ਤੁਹਾਡੇ ਤਾਂ 9 ਲੱਖ ਰੁਪਏ ਕਿੱਲੇ ਦਾ ਮਿਲ ਰਿਹਾ, ਇਸ ਤਾਂ ਪੈਸੇ ਬਹੁਤ ਦੇ ਰਹੇ ਆ। ਅੱਛਾ ਜੀ। ਮੈਂ ਕਿਹਾ ਜੀ ਤੁਸੀਂ ਮਾਲਕੋ ਤੇ ਸਾਨੂੰ ਦੱਸ ਹੀ ਦਿਓ ਕਿੰਨੇ ਦੇ ਰਹੇ ਹੋ ਜਲੰਧਰ ਵਾਲਿਆਂ ਨੂੰ, ਜੇ ਬਹੁਤ ਜ਼ਿਆਦਾ ਦੇ ਰਹੇ ਹੋ। ਕਹਿੰਦੇ ਇਹਨੂੰ ਤਾਂ ਮੈਂ 10.5 11 ਲੱਖ ਰੁਪਏ ਖਿੱਚ ਕੇ ਪਾਤਾ। ਦੇਖੋ ਕਿੱਡਾ ਵੱਡਾ ਦੁਖਾਂਤ, ਸਾਨੂੰ ਵੀ ਪਾੜਨ ਦੀ ਕੋਸ਼ਿਸ਼ ਕਰ ਰਹੇ ਆ। ਮਜ਼ਾਕ ਬਣਾ ਰਹੇ ਨੇ ਕਿਸਾਨ ਮਜ਼ਾਕ ਬਣ ਰਹੇ। ਸਰ ਇੱਕ ਪ੍ਰੈਸ ਨੋਟ ਵੀ ਦੇ ਦਿਓ ਨਾ ਜੇ ਉਹਨੇ ਕਰਾਏ ਹੋਏ ਨੇ ਨਾ। ਸਾਨੂੰ ਲਿਖਤੀ ਰੂਪ ਚ ਦੇਣ ਵੀ ਇਹ ਸੈਕਟਰ ਸਰਕਾਰੀ ਐਕਵਾਇਰ ਕਰ ਰਹੇ ਸਨ, ਇਹ ਵੀ ਮਨਸ਼ਾ ਵੀ ਇਹ ਵੀ ਪ੍ਰਾਈਵੇਟ ਸੈਕਟਰ ਕੋਲੇ ਹੈ। ਅੱਛਾ ਜੀ। ਜਿਹੜਾ ਇਹ ਕੰਟਰੈਕਟ ਹੈ ਵੀ ਪ੍ਰਾਈਵੇਟ ਸੈਕਟਰ ਨੂੰ ਦਿੱਤਾ ਜਾ ਰਿਹਾ ਹੈ।